किसान अकेडमी ਦੇ YouTube ਚੈਨਲ ਦੇ ਉੱਪਰ ਤੁਹਾਡਾ ਸਵਾਗਤ ਹੈ। ਅਸੀਂ ਐਨਟੀਟੀ ਤੇ ਸੁਪਰਵਾਈਜ਼ਰ ਦੇ ਲਈ ਜੋ MCQ ਸੀਰੀਜ਼ ਆਪਣੀ ਚੱਲ ਰਹੀ ਹੈਗੀ ਆ ਉਹਨੂੰ ਸਟਾਰਟ ਕਰਨ ਜਾ ਰਹੇ ਹਾਂ। ਅੱਜ ਆਪਣੀ MCQ ਸੀਰੀਜ਼ 11 ਆ ਤੇ ਨਾਲ ਹੀ ਆਪਣੇ ਜੋ ਬੈਚ ਚੱਲ ਰਹੇ ਨੇ ਸੁਪਰਵਾਈਜ਼ਰ ਦਾ, ਪੰਜਾਬ ਪੁਲਿਸ ਕਾਂਸਟੇਬਲ ਦਾ ਤੇ ਐਨਟੀਟੀ ਦਾ, ਜੋ ਵੀ ਬੱਚੇ ਉਹਨਾਂ ਦੇ ਵਿੱਚ ਐਨਰੋਲ ਹੋਣਾ ਚਾਹੁੰਦੇ ਨੇ ਉਹ ਡਿਸਕ੍ਰਿਪਸ਼ਨ ਵਿੱਚ ਦਿੱਤੇ ਹੋਏ ਨੰਬਰ ਦੇ ਉੱਪਰ ਤੇ ਨਾਲ ਹੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਐਪ ਦੇ ਲਿੰਕ ਉੱਪਰ ਜਾ ਕੇ ਕੋਰਸ ਨੂੰ ਪਰਚੇਜ਼ ਕਰ ਸਕਦੇ ਨੇ। ਤਾਂ ਆਪਾਂ ਸਟਾਰਟ ਕਰਦੇ ਹਾਂ। ਆਪਣੀ ਜੋ ਸੀਰੀਜ਼ ਹੈ ਉਹ ਹੈ 11। ਇਸ ਤੋਂ ਪਹਿਲਾਂ 10 ਜੋ ਹੈ ਤੁਹਾਡੇ ਹੋ ਚੁੱਕੇ ਨੇ, 10 ਸੀਰੀਜ਼ ਹੋ ਚੁੱਕੀਆਂ ਨੇ। ਤਾਂ ਆਪਾਂ ਸਟਾਰਟ ਕਰਦੇ ਹਾਂ। ਆਪਣੇ ਕੋਲ ਫਰਸਟ ਕੁਐਸਚਨ ਆ, ਕ੍ਰੀਏਟੀਵਿਟੀ ਥਾਟ ਟੂ ਬੀ ਰਿਲੇਟਡ ਟੂ ਬੀ ਕਨਸੈਪਟ ਆਫ। ਤਾਂ ਜਿਹੜੇ ਸਾਡੇ ਕ੍ਰੀਏਟੀਵਿਟੀ ਮਤਲਬ ਕਿਸੇ ਵੀ ਬੱਚੇ ਦੇ ਜੋ ਸਿਰਜਣਾਤਮਕ ਥਾਟ ਨੇ, ਸਿਰਜਣਾਤਮਕ ਵਿਚਾਰ ਨੇ, ਉਹ ਕਿਹੜੇ ਸੰਕਲਪ ਦੇ ਨਾਲ ਸੰਬੰਧਿਤ ਆ, ਹਨਾ, ਕਿਹੜੀ ਥਿੰਕਿੰਗ ਦੇ ਨਾਲ ਅਸਲ ਦੇ ਵਿੱਚ ਸੰਬੰਧਿਤ ਆ। ਤੇ ਆਪਾਂ ਜਿੰਨੇ ਵਾਰ ਵੀ ਮੈਂ ਤੁਹਾਨੂੰ ਕ੍ਰੀਏਟੀਵਿਟੀ ਜਾਂ ਚਿਲਡਰਨ ਵਿਦ ਸਪੈਸ਼ਲ ਨੀਡਸ ਦੀ ਆਪਾਂ ਗੱਲ ਕੀਤੀ, ਉੱਥੇ ਮੈਂ ਹਮੇਸ਼ਾ ਹੀ ਤੁਹਾਨੂੰ ਕਨਵਰਜੈਂਟ ਥਿੰਕਿੰਗ ਤੇ ਡਾਇਵਰਜੈਂਟ ਥਿੰਕਿੰਗ ਦੇ ਬਾਰੇ ਚ ਵੀ ਦੱਸਿਆ। ਜਿਹੜੀ ਕ੍ਰਿਸਟਲਾਈਜ਼ਡ ਇੰਟੈਲੀਜੈਂਸ ਤੇ ਫਲੂਇਡ ਇੰਟੈਲੀਜੈਂਸ ਆ, ਇੰਟੈਲੀਜੈਂਸੀ ਦੇ ਨਾਲ ਰਿਲੇਟਡ ਟੌਪਿਕ ਆ। ਇਹ ਤੁਹਾਡੇ ਲਈ ਇੰਪੋਰਟੈਂਟ ਨਹੀਂ ਆ। ਜਿਹੜੀ ਚੀਜ਼ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈਗਾ ਕ੍ਰੀਏਟਿਵ ਬੱਚਿਆਂ ਦੇ ਬਾਰੇ ਚ, ਕਿਉਂਕਿ ਇਨੀਸ਼ੀਅਲ ਪੀਰੀਅਡ ਦੇ ਵਿੱਚ ਜੇ ਤੁਸੀਂ ਪਤਾ ਕਰ ਲੈਂਦੇ ਹੋ ਕਿ ਕ੍ਰੀਏਟਿਵ ਬੱਚਾ ਕਿਹੜਾ, ਤਾਂ ਫਿਰ ਉਹਦੇ ਲਈ ਜੋ ਹੈ ਫਿਊਚਰ ਪਲੈਨਿੰਗ ਤੇ ਉਹਨੂੰ ਫਿਊਚਰ ਦੇ ਵਿੱਚ ਗਾਈਡੈਂਸ ਦੇਣਾ ਇੰਪੋਰਟੈਂਟ ਹੋ ਜਾਂਦਾ, ਹਨਾ। ਤੇ ਇਸ ਕਰਕੇ ਹਮੇਸ਼ਾ ਹੀ ਦੋ ਤਰ੍ਹਾਂ ਦੀ ਥਿੰਕਿੰਗ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹਾਂ। ਪਹਿਲੀ ਹੁੰਦੀ ਹੈ ਕਨਵਰਜੈਂਟ, ਦੂਜੀ ਹੁੰਦੀ ਹੈ ਡਾਇਵਰਜੈਂਟ। ਕਨਵਰਜੈਂਟ ਹੁੰਦੀ ਆ ਜਦੋਂ ਬੱਚਾ ਇੱਕ ਮੈਥਡ ਸੀ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਦਾ, ਜੋ ਮੈਥਡ ਬੱਚੇ ਨੇ ਅਡਾਪਟ ਕੀਤਾ ਉਹ ਸੇਮ ਉਹੀ ਮੈਥਡ ਆ ਜੋ ਉਹਨੂੰ ਕਿਸੇ ਨੇ ਦੱਸਿਆ। ਉਹਨੇ ਸੇਮ ਮੈਥਡ ਦੇ ਉੱਪਰ ਜਾ ਕੇ, ਚਲੋ ਕੋਈ ਵੀ ਸਮ ਆਪਾਂ ਉਹਦਾ ਫਾਰਮੂਲਾ ਟੀਚਰ ਨੇ ਦੱਸਤਾ, ਬੱਚੇ ਨੇ ਉਸੇ ਫਾਰਮੂਲੇ ਨੂੰ ਲਾਇਆ ਤੇ ਪ੍ਰੋਬਲਮ ਨੂੰ ਸੋਲਵ ਕਰ ਲਿਆ। ਤੇ ਇਹ ਕੀ ਹੈ, ਕਨਵਰਜੈਂਟ ਥਿੰਕਿੰਗ। ਉਹਨੇ ਆਪ ਦਾ ਕੁਝ ਨਹੀਂ ਕ੍ਰੀਏਟ ਕੀਤਾ, ਬਸ ਕਿਸੇ ਚੀਜ਼ ਨੂੰ ਫੋਲੋ ਕਰਕੇ ਇੱਕ ਜੋ ਆਨਸਰ ਸੀਗਾ ਉਹ ਪ੍ਰੋਵਾਈਡ ਕਰਤਾ, ਜਿਹੜਾ ਕਿ ਸਧਾਰਨ ਬੱਚਿਆਂ ਦਾ ਇੱਕ ਗੁਣ ਆ, ਹਨਾ। ਡਾਇਵਰਜੈਂਟ ਥਿੰਕਿੰਗ ਕੀ ਹੁੰਦੀ ਹੈ, ਜਦੋਂ ਕੋਈ ਬੱਚਾ ਸਿਰਫ ਇੱਕ ਪਾਸੇ ਨਾ ਜਾ ਕੇ ਬਹੁਤ ਪਾਸੇ ਸੋਚੇ। ਉਹਨੇ ਜੋ ਟੀਚਰ ਨੇ ਫਾਰਮੂਲਾ ਦਿੱਤਾ ਉਹ ਤਾਂ ਚਲੋ ਉਹਨੂੰ ਪਤਾ ਹੀ ਆ, ਪਰ ਉਹਨੇ ਸੋਚਿਆ ਇਸ ਤਰੀਕੇ ਨਾਲ ਵੀ ਇਹ ਸੋਲਵ ਹੋ ਸਕਦਾ ਹੈ, ਇਸ ਤਰੀਕੇ ਨਾਲ ਵੀ ਪ੍ਰੋਬਲਮ ਸੋਲਵ ਹੋ ਸਕਦੀ ਹੈ। ਤਾਂ ਕਿੰਨੇ ਪਾਸੇ ਸੋਚੂਗਾ ਜਦੋਂ ਉਹ, ਤਾਂ ਉਹ ਕਿਹੜੀ ਥਿੰਕਿੰਗ ਹੁੰਦੀ ਆ, ਡਾਇਵਰਜੈਂਟ ਥਿੰਕਿੰਗ। ਜਦੋਂ ਵੀ ਬੱਚਾ ਡਾਇਵਰਜੈਂਟ ਥਿੰਕਿੰਗ ਕਰਨ ਵਾਲਾ ਹੋਊਗਾ ਤਾਂ ਉਹ ਬੱਚੇ ਦੇ ਵਿੱਚ ਕ੍ਰੀਏਟੀਵਿਟੀ ਵੀ ਹੋਊਗੀ, ਨਵੀਨਤਾ ਵੀ ਹੋਊਗੀ, ਕਿਉਂਕਿ ਜਿੰਨੀਆਂ ਸਾਈਡਸ ਤੇ ਉਹ ਮੂਵ ਕਰੂਗਾ ਉਹਦੇ ਵਿੱਚੋਂ ਕੋਈ ਨਾ ਕੋਈ ਨਵੀਂ ਚੀਜ਼ ਨੂੰ ਜ਼ਰੂਰ ਕ੍ਰੀਏਟ ਕਰੂਗਾ। ਤਾਂ ਸੈਕਿੰਡ ਕੁਐਸਚਨ ਆਪਣੇ ਕੋਲ, the sound combination of a language are specified in it is dash rules। ਡੈਸ਼ ਨਿਯਮ ਵਿੱਚ ਭਾਸ਼ਾ ਦੀਆਂ ਧੁਨੀਆਂ ਦੇ ਮੇਲ ਨੂੰ ਸ਼ਾਮਲ ਕੀਤਾ ਜਾਂਦਾ। ਤਾਂ ਕਿਹਦੇ ਚ ਭਾਸ਼ਾ ਦੀਆਂ ਜਿਹੜੀਆਂ ਧੁਨੀਆਂ ਦੇ ਨਾਲ ਸੰਬੰਧਿਤ ਹੁੰਦੀ ਆ, ਤਾਂ ਆਪਣੇ ਕੋਲ ਜਿਹੜੀ ਇੱਥੇ ਟਰਮ ਹੈ ਉਹ ਹੈ ਫੋਨੋਲੋਜੀਕਲ। ਠੀਕ ਹੈ, ਤਾਂ ਫੋਨੋਲੋਜੀਕਲ ਯਾਨੀ ਕਿ ਜੋ ਧੁਨੀਆਂ ਹੈਗੀਆਂ ਆਪਣੀਆਂ, ਧੁਨੀਆਂ ਦਾ ਕੰਬੀਨ। ਦੇਖੋ ਧੁਨੀਆਂ ਕੀ ਹੁੰਦੀ ਹੈ, ਬਹੁਤ ਵਾਰ ਇਹ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ, ਸਮੋਲੈਸਟ ਯੂਨਿਟ ਆਫ ਲੈਂਗੁਏਜ। ਤਾਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹਨੂੰ ਕਿਹਾ ਜਾਂਦਾ ਹੈਗਾ, ਧੁਨੀਆਂ ਨੂੰ। ਠੀਕ ਹੈ, ਤਾਂ ਇੱਥੇ ਆਪਣੇ ਕੋਲ ਇਹੀ ਸੀਗਾ ਕਿ ਭਾਸ਼ਾ ਦੀਆਂ ਧੁਨੀਆਂ, ਜੋ ਤੁਸੀਂ ਕਿੰਨੀਆਂ ਸਾਰੀਆਂ ਧੁਨੀਆਂ ਨੂੰ ਇਕੱਠੇ ਕਰ ਦਿੰਦੇ ਆ ਤਾਂ ਕਿਹਦੇ ਨਾਲ ਰਿਲੇਟਡ ਹੋਊਗਾ, ਫੋਨੋਲੋਜੀਕਲ ਟਰਮ। ਠੀਕ ਹੈ, ਧੁਨੀ ਕੀ ਆ, ਫੋਨੋਲੋਜੀਕਲ। ਦੈਨ ਕੁਐਸਚਨ ਆਪਣੇ ਕੋਲ, ਇਨਕਲੂਸਿਵ ਐਜੂਕੇਸ਼ਨ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ। ਸਮਾਵੇਸ਼ੀ ਸਿੱਖਿਆ ਕੀ ਹੁੰਦੀ ਹੈ, ਇਨਕਲੂਸਿਵ ਐਜੂਕੇਸ਼ਨ, ਜਿੱਥੇ ਬਿਨਾਂ ਕਿਸੇ ਡਿਫਰੈਂਸ ਦੇ ਜਿੰਨੇ ਵੀ ਤਰ੍ਹਾਂ ਦੇ ਬੱਚੇ ਆ, ਬੇਸ਼ੱਕ ਉਹ ਸਪੈਸ਼ਲ ਨੀਡਸ ਵਾਲੇ ਬੱਚੇ ਨੇ, ਬੇਸ਼ੱਕ ਉਹ ਸਧਾਰਨ ਬੱਚੇ ਨੇ, ਉਹ ਇੱਕੋ ਕਲਾਸਰੂਮ ਦੇ ਵਿੱਚ, ਇੱਕੋ ਛੱਤ ਦੇ ਥੱਲੇ, ਇੱਕੋ ਸਕੂਲ ਦੇ ਵਿੱਚ ਪੜ੍ਹਦੇ ਨੇ, ਇੱਕੋ ਕਰਿਕੂਲਮ ਨੂੰ ਫੋਲੋ ਕਰਦੇ ਨੇ, ਤਾਂ ਉਹਨੂੰ ਅਸੀਂ ਕੀ ਆਖਦੇ ਆ, ਇਨਕਲੂਸਿਵ ਐਜੂਕੇਸ਼ਨ। ਕਰਿਕੂਲਮ ਅਕੋਰਡਿੰਗ ਟੂ ਨੀਡ ਥੋੜਾ ਜਿਹੜਾ ਹੈ ਫਲਕਚੁਏਟ ਹੋ ਸਕਦਾ, ਤਬਦੀਲੀ ਕੀਤੀ ਜਾ ਸਕਦੀ ਹੈ, ਪਰ ਜਿਹੜਾ ਸਕੂਲ ਹੈਗਾ ਇਹਨਾਂ ਬੱਚਿਆਂ ਦੇ ਲਈ ਸੇਮ ਹੋਊਗਾ। ਤਾਂ ਇੱਥੇ ਜਿਹੜਾ ਸਾਡੇ ਲਈ ਆਨਸਰ ਹੋਊਗਾ ਉਹ ਕੀ ਹੋਊਗਾ ਕਿ ਇਨਕਲੂਸਿਵ ਐਜੂਕੇਸ਼ਨ ਇਜ਼ ਬੇਸਡ ਔਨ ਦਾ ਪ੍ਰਿੰਸੀਪਲ। ਕਿਹੜੇ ਪ੍ਰਿੰਸੀਪਲ ਤੇ ਬੇਸਡ ਆ, ਸਭ ਤੋਂ ਇੰਪੋਰਟੈਂਟ ਪ੍ਰਿੰਸੀਪਲ ਇਹਦਾ ਕੀ ਹੁੰਦਾ, ਇਕੁਇਟੀ ਐਂਡ ਇਕੁਅਲ ਅਪਰਚੂਨਿਟੀ। ਬੇਸ਼ੱਕ ਬੱਚਾ ਖਾਸ ਲੋੜਾਂ ਵਾਲਾ, ਬੇਸ਼ੱਕ ਉਹ ਬੱਚਾ ਖਾਸ ਲੋੜਾਂ ਵਾਲਾ ਨਹੀਂ ਆ, ਉਹਨਾਂ ਸਾਰੇ ਬੱਚਿਆਂ ਨੂੰ ਤੁਸੀਂ ਬਰਾਬਰ ਮੌਕਾ ਦੇਣਾ। ਇਹ ਨਹੀਂ ਆ ਕਿ ਤੁਸੀਂ ਜੋ ਨਾਰਮਲ ਬੱਚੇ ਉਹਨਾਂ ਨੂੰ ਟੀਚ ਕਰ ਰਹੇ ਹੋ ਤੇ ਦੂਜੇ ਬੱਚੇ ਜਿਨ੍ਹਾਂ ਨੂੰ, ਜਿਹੜੇ ਥੋੜੇ ਡਿਫਰੈਂਟ ਨੇ ਸਧਾਰਨ ਬੱਚਿਆਂ ਤੋਂ, ਉਹਨਾਂ ਨੂੰ ਇਹ ਕਹਿ ਕੇ ਛੱਡ ਰਹੇ ਹੋ ਕਿ ਚਲੋ ਇਹ ਹੈ ਹੀ ਡਿਫਰੈਂਟ, ਹਨਾ, ਇਹਨੇ ਨਹੀਂ ਸਿੱਖਣਾ। ਤਾਂ ਉਹ ਚੀਜ਼ ਤੁਸੀਂ ਇਨਕਲੂਸਿਵ ਕਲਾਸ ਦੇ ਵਿੱਚ ਨਹੀਂ ਕਰ ਸਕਦੇ। ਫੋਰਥ ਕੁਐਸਚਨ ਆਪਣੇ ਕੋਲ, ਵਿਚ ਆਫ ਫੋਲੋਇੰਗ ਇਜ਼ ਨਾਟ ਡੈਮੋਕ੍ਰੈਟਿਕ ਟੀਚਿੰਗ ਸਟ੍ਰੈਟਜੀ ਇਨ ਕਲਾਸਰੂਮ ਟੀਚਿੰਗ। ਇਹਨਾਂ ਦੇ ਵਿੱਚੋਂ ਕਿਹੜੀ ਡੈਮੋਕ੍ਰੈਟਿਕ ਟੀਚਿੰਗ ਸਟ੍ਰੈਟਜੀ ਨਹੀਂ ਆ। ਦੇਖੋ ਦੋ ਤਰ੍ਹਾਂ ਦੇ ਮੈਥਡ ਹੁੰਦੇ ਨੇ, ਆਟੋਕ੍ਰੈਟਿਕ, ਡੈਮੋਕ੍ਰੈਟਿਕ। ਆਟੋਕ੍ਰੈਟਿਕ ਹੁੰਦੇ ਆ ਜਿੱਥੇ ਟੀਚਰ ਸੈਂਟਰ ਦੇ ਵਿੱਚ ਹੁੰਦਾ, ਬੱਚਾ ਨਹੀਂ। ਡੈਮੋਕ੍ਰੈਟਿਕ ਹੁੰਦਾ ਜਿੱਥੇ ਬੱਚਾ ਧਿਆਨ ਦੇ ਵਿੱਚ ਰੱਖ ਕੇ ਮੈਥਡ, ਜਿੱਥੇ ਬੱਚਾ ਐਕਟਿਵ ਆ। ਠੀਕ ਹੈ,
ਤਾਂ ਦੇਖੋ ਜਿਹੜਾ ਪ੍ਰੋਜੈਕਟ ਮੈਥਡ ਆ ਉਹ ਲਰਨਿੰਗ ਬਾय ਡੂਇੰਗ ਹੈ, ਇਹਦਾ ਮਤਲਬ ਬੱਚੇ ਤੇ ਆਧਾਰਿਤ ਆ। ਹਰਿਸਟਿਕ ਮੈਥਡ ਵੀ ਕਿਹਦੇ ਬੇਸਡ ਹੈਗਾ, ਲਰਨਿੰਗ ਬਾय ਡੂਇੰਗ ਤੇ, ਕਿਉਂਕਿ ਹਰਿਸਟਿਕ ਦਾ ਮਤਲਬ ਕੀ ਹੁੰਦਾ, ਆਈ ਡਿਸਕਵਰ, ਹਨਾ। ਤੇ ਜਿਹੜਾ ਹੈਗਾ ਬ੍ਰੇਨਸਟੋਰਮਿੰਗ ਕਿਹਦੇ ਬੇਸਡ ਹੈਗਾ, ਜਿਹੜਾ ਆਪਾਂ ਡਾਇਵਰਜੈਂਟ ਥਿੰਕਿੰਗ ਕੀਤੀ ਸੀ ਕਿ ਬੱਚੇ ਨੂੰ ਕੋਈ ਪ੍ਰੋਬਲਮ ਦੇਤੀ, ਓਪਨ ਐਂਡਡ ਦੇਤੀ ਹੈ ਨਾ, ਕੋਈ ਕੁਐਸਚਨ ਪੁੱਛ ਲਿਆ, ਓਪਨ ਐਂਡਡ ਪੁੱਛ ਲਿਆ, ਫਿਰ ਬੱਚਾ ਉਹਦੇ ਬਾਰੇ ਬਹੁਤ ਸਾਰੇ ਦਿਮਾਗ ਦੇ ਵਿੱਚ ਵਿਚਾਰ ਲੈ ਕੇ ਆਉਂਦਾ ਹੈ। ਇਹ ਤਿੰਨੋਂ ਮੈਥਡ ਚਾਈਲਡ ਸੈਂਟਰ ਮੈਥਡ ਨੇ, ਠੀਕ ਹੈ। ਜਦੋਂ ਕਿ ਵਿੱਚੋਂ ਲੈਕਚਰ ਮੈਥਡ ਆ, ਉੱਥੇ ਟੀਚਰ ਐਕਟਿਵ ਆ, ਟੀਚਰ ਆਇਆ ਕਲਾਸ ਦੇ ਵਿੱਚ ਲੈਕਚਰ ਦਿੱਤਾ, ਤਾਂ ਉਹ ਮੈਥਡ ਲੋਕਤੰਤਰੀ ਮੈਥਡ ਨਹੀਂ ਹੈਗਾ। ਲੈਕਚਰ ਮੈਥਡ ਕੀ ਹੁੰਦਾ, ਆਟੋਕ੍ਰੈਟਿਕ ਮੈਥਡ ਹੁੰਦਾ, ਜਦੋਂ ਕਿ ਬਾਕੀ ਤਿੰਨ ਸਾਡੇ ਕੋਲ ਕੀ ਨੇ, ਡੈਮੋਕ੍ਰੈਟਿਕ ਮੈਥਡ। ਫਿਫਥ ਕੁਐਸਚਨ ਆ, ਵਿਚ ਆਫ ਫੋਲੋਇੰਗ ਨਾਟ ਲੈਵਲ ਆਫ ਟੀਚਿੰਗ। ਤੁਸੀਂ ਟੀਚਿੰਗ ਦੀ ਕਲਾਸ ਜਦੋਂ ਮੇਰੇ ਨਾਲ ਲਾਈ ਸੀ ਤਾਂ ਉਦੋਂ ਆਪਾਂ ਗੱਲ ਕੀਤੀ ਸੀਗੀ ਕਿ 3 ਲੈਵਲ ਹੁੰਦੇ ਆ ਟੀਚਿੰਗ ਦੇ। ਪਹਿਲਾ ਕੀ ਹੁੰਦਾ ਆਪਣੇ ਕੋਲ, ਮੈਮਰੀ, ਠੀਕ ਹੈ, ਜਿਸ ਚ ਸਿਰਫ ਤੁਸੀਂ ਕੀ ਕਰਦੇ ਹੋ, ਯਾਦ ਕਰਦੇ ਹੋ, ਕੋਈ ਚੀਜ਼ ਲੈਂਦੇ ਹੋ, ਹਨਾ। ਫਿਰ ਕੀ ਆ, ਉਹਨੂੰ ਸਮਝਦੇ ਹੋ, ਅੰਡਰਸਟੈਂਡਿੰਗ ਮੈਥਡ। ਤੇ ਫਿਰ ਜਿਹੜਾ ਹੈਗਾ ਸੁਤੰਤਰ ਕਿਸੇ ਕੰਮ ਨੂੰ ਕਰਨ ਲੱਗ ਜਾਂਦੇ ਹੋ, ਜੋ ਤੁਹਾਨੂੰ ਟੀਚਰ ਨੇ ਦੱਸਿਆ ਉਹਨੂੰ, ਹਨਾ, ਟੀਚਰ ਦੀ ਇੰਨੀ ਜ਼ਿਆਦਾ ਇੰਟਰਫੇਰੈਂਸ ਨਹੀਂ ਹੁੰਦੀ, ਉਹ ਕੀ ਹੁੰਦਾ, ਰਿਫਲੈਕਟਿਵ। ਤਾਂ ਸਾਡੇ ਕੋਲ ਇੱਥੇ ਜੋ ਇੱਕ ਲੈਵਲ ਨਹੀਂ ਹੈਗਾ ਉਹ ਹੈਗਾ ਡਿਸਕ੍ਰਿਪਟਿਵ, ਕਿਉਂਕਿ ਬਾਕੀ ਤਿੰਨੋਂ ਲੈਵਲ ਨੇ ਜਿਹੜੇ ਉਹ ਕਿਹਦੇ ਨਾਲ ਰਿਲੇਟਡ ਨੇ, ਟੀਚਿੰਗ ਦੇ ਲੈਵਲਸ ਦੇ ਨਾਲ। ਤੇ ਡੀ ਸਾਡੇ ਕੋਲ ਇੱਥੇ ਕੀ ਹੈਗਾ, ਜੋ ਕਿ ਟੀਚਿੰਗ ਦੇ ਲੈਵਲਸ ਦੇ ਵਿੱਚ ਸ਼ਾਮਲ ਨਹੀਂ ਆ, ਡਿਸਕ੍ਰਿਪਟਿਵ ਟੀਚਿੰਗ ਦੇ ਲੈਵਲ ਦੇ ਵਿੱਚ ਸ਼ਾਮਲ ਨਹੀਂ ਆ। 6th ਕੁਐਸਚਨ ਆਪਣੇ ਕੋਲ ਆ, ਵਿਚ ਆਫ ਫੋਲੋਇੰਗ ਇਜ਼ ਨਾਟ ਕਰੈਕਟਰਿਸਟਿਕ ਆਫ ਚਾਈਲਡਹੁੱਡ। ਚਾਈਲਡਹੁੱਡ ਦਾ ਕਿਹੜਾ ਹੈ ਜਿਹੜਾ ਇੱਥੇ ਕਰੈਕਟਰਿਸਟਿਕ ਨਹੀਂ ਆ, ਵਿਚ ਆਫ ਫੋਲੋਇੰਗ ਇਜ਼ ਨਾਟ ਕਰੈਕਟਰਿਸਟਿਕ ਆਫ ਚਾਈਲਡਹੁੱਡ। ਤਾਂ ਚਾਈਲਡਹੁੱਡ ਦਾ ਜੋ ਕਰੈਕਟਰਿਸਟਿਕ ਨਹੀਂ ਆ, ਅਗਰੈਸ਼ਨ ਹੁੰਦਾ ਚਾਈਲਡਹੁੱਡ ਦੇ ਵਿੱਚ, ਬਿਲਕੁਲ ਹੁੰਦਾ, ਹਨਾ। ਬੱਚੇ ਬਹੁਤ ਜ਼ਿਆਦਾ ਅਗਰੈਸ਼ਨ ਰੱਖਦੇ ਆ, ਗੁੱਸਾ ਹੁੰਦਾ, ਇਮੋਸ਼ਨ ਦੇ ਉੱਪਰ ਕੰਟਰੋਲ ਨਹੀਂ ਹੁੰਦਾ। ਲੈਕ ਆਫ ਸਟੇਬਿਲਿਟੀ ਇਹਨੂੰ ਆਪਾਂ ਸੋਚਦੇ ਆ ਨਾ, ਲੈਕ ਆਫ ਕਿਉਰਿਓਸਿਟੀ ਇਹਨੂੰ ਆਪਾਂ ਹਨਾ ਦੱਸਦੇ ਆ। ਤੁਸੀਂ ਪੜਿਆ, ਜਦੋਂ ਤੁਸੀਂ ਮੇਰੇ ਨਾਲ ਡਿਵੈਲਪਮੈਂਟ ਦਾ ਟੌਪਿਕ ਕੀਤਾ ਤਾਂ ਆਪਾਂ ਉੱਥੇ ਬਾਰ-ਬਾਰ ਇਹ ਦੱਸਿਆ ਕਿ ਚਾਈਲਡ ਹੈਗਾ ਜਿਹੜਾ, ਉਹਦੇ ਚ ਬਹੁਤ ਕਿਉਰਿਓਸਿਟੀ ਹੁੰਦੀ ਆ, ਖਿਡੌਣਿਆਂ ਨੂੰ ਤੋੜਦਾ, ਬਹੁਤ ਸਵਾਲ ਪੁੱਛਦਾ, ਤੇ ਇਹਦਾ ਮਤਲਬ ਉਹ ਚ ਕਿਉਰਿਓਸਿਟੀ ਹੁੰਦੀ ਆ। ਤਾਂ ਇੱਥੇ ਹੋ ਸਕਦਾ ਹੈ ਸਟੇਟਮੈਂਟ ਸਹੀ ਨਾ ਹੋਵੇ, ਹਨਾ। ਦੈਨ ਹੈਗਾ ਸਟੇਬਿਲਿਟੀ ਇਨ ਗਰੋਥ, ਬਿਲਕੁਲ ਸਹੀ ਆ। ਜਦੋਂ ਬੱਚਾ ਚਾਈਲਡਹੁੱਡ ਸਟੇਜ ਦੇ ਵਿੱਚ, ਸ਼ੁਰੂਆਤੀ ਜਿਹੜਾ ਇਨਫੈਂਸੀ ਪੀਰੀਅਡ ਆ, ਉੱਥੇ ਕੀ ਆ, ਬੱਚੇ ਦੀ ਗਰੋਥ ਬਹੁਤ ਤੇਜ਼ ਹੁੰਦੀ ਆ। ਫਿਜ਼ੀਕਲ ਲੈਵਲ ਤੋਂ ਸਭ ਤੋਂ ਜ਼ਿਆਦਾ ਤੇਜ਼ ਸਟੇਜ ਮੰਨੀ ਜਾਂਦੀ ਹੈ ਇਨਫੈਂਸੀ ਪੀਰੀਅਡ, ਸ਼ਿਸ਼ੂ ਕਾਲ। ਉਸ ਤੋਂ ਬਾਅਦ ਜਦੋਂ ਬੱਚਾ ਚਾਈਲਡਹੁੱਡ ਦੇ ਵਿੱਚ ਜਾਂਦਾ, ਥੋੜੀ ਜਿਹੀ ਸਲੋ ਹੋ ਜਾਂਦੀ ਹੈ, ਤਾਂ ਮਤਲਬ ਸਟੇਬਿਲਿਟੀ ਆ ਜਾਂਦੀ ਹੈ। ਅੱਗੇ ਹੈਗਾ ਪਾਰਟਿਸਿਪੇਸ਼ਨ ਇਨ ਗਰੁੱਪਸ ਐਂਡ ਗੇਮਸ, ਬਿਲਕੁਲ ਸਹੀ ਆ। ਚਾਈਲਡਹੁੱਡ ਦੇ ਵਿੱਚ ਬੱਚਾ ਪਾਰਟਿਸਿਪੇਟ ਕਰਨ ਲੱਗ ਜਾਂਦਾ, ਗਰੁੱਪ ਦੇ ਵਿੱਚ ਵੀ, ਗੇਮਸ ਦੇ ਵਿੱਚ ਵੀ, ਹਨਾ। ਇਹ ਤੁਸੀਂ ਗੇਮਸ ਵਾਲੇ, ਪਲੇ ਵਾਲੇ ਟੌਪਿਕ ਦੇ ਵਿੱਚ ਵੀ ਕੀਤਾ। ਬਟ ਸਾਡੇ ਕੋਲ ਇੱਥੇ ਜਿਹੜੀ ਰੋਂਗ ਸਟੇਟਮੈਂਟ ਆ ਉਹ ਕੀ ਆ, ਲੈਕ ਆਫ ਕਿਉਰਿਓਸਿਟੀ, ਕਿਉਂਕਿ ਆਪਣੇ ਤੋਂ ਇੱਥੇ ਨਾਟ ਕਰੈਕਟਰਿਸਟਿਕ ਪੁੱਛਿਆ ਸੀ ਕਿ ਕਿਹੜੀ ਵਿਸ਼ੇਸ਼ਤਾ ਨਹੀਂ ਆ ਇਹਨਾਂ ਬੱਚਿਆਂ ਦੇ ਵਿੱਚ, ਕਿਉਰਿਓਸਿਟੀ ਹੁੰਦੀ ਆ, ਲੈਕ ਆਫ ਕਿਉਰਿਓਸਿਟੀ ਨਹੀਂ ਆ, ਠੀਕ ਹੈ ਜੀ। ਦੈਨ ਹੈਗਾ ਵਿਚ ਆਫ ਫੋਲੋਇੰਗ ਇਜ਼ ਫਰਸਟ ਸਟੈਪ ਆਫ ਗਰੋਥ ਐਂਡ ਡਿਵੈਲਪਮੈਂਟ। ਗਰੋਥ ਐਂਡ ਡਿਵੈਲਪਮੈਂਟ ਸਭ ਤੋਂ ਪਹਿਲਾਂ ਬੱਚੇ ਦੀ ਕਿੱਥੋਂ ਸ਼ੁਰੂ ਹੁੰਦੀ ਹੈਗਾ, ਫਿਜ਼ੀਕਲ ਤੋਂ, ਠੀਕ ਹੈ। ਜਦੋਂ ਇੱਕ ਬੱਚਾ ਮਦਰ ਦੇ ਪੇਟ 'ਚ ਵੀ ਹੁੰਦਾ, ਪ੍ਰੀਨੇਟਲ ਪੀਰੀਅਡ ਦੇ ਵਿੱਚ ਵੀ ਹੁੰਦਾ, ਤਾਂ ਉਦੋਂ ਤੋਂ ਹੀ ਜਿਹੜੇ ਉਹਦੇ ਅੰਗ ਨੇ, ਸਰੀਰ ਆ, ਪਹਿਲਾਂ ਉਹ ਬਣਨਾ ਸ਼ੁਰੂ ਹੁੰਦਾ। ਬਾਅਦ ਵਿੱਚ ਜਿਹੜੇ ਉਹਦੇ ਬਾਕੀ ਡਿਵੈਲਪਮੈਂਟ ਨੇ ਉਹ ਹੁੰਦੀਆਂ ਨੇ ਹੌਲੀ ਹੌਲੀ, ਜਦੋਂ ਜੰਮੂਗਾ ਉਸ ਤੋਂ ਬਾਅਦ ਉਹਦੀ ਸੋਸ਼ਲ ਡਿਵੈਲਪਮੈਂਟ ਹੋਊਗੀ, ਬਾਕੀ ਡਿਵੈਲਪਮੈਂਟ ਹੋਣਗੀਆਂ। ਬਟ ਸਭ ਤੋਂ ਪਹਿਲਾਂ ਸ਼ੁਰੂਆਤ ਕਿੱਥੋਂ ਕਰਦਾ ਹੈਗਾ, ਉਹ ਫਿਜ਼ੀਕਲ ਡਿਵੈਲਪਮੈਂਟ ਤੋਂ। ਨੈਕਸਟ ਕੁਐਸਚਨ, ਹੂ ਇਜ਼ ਦਾ ਫਾਊਂਡਰ ਆਫ ਕਿੰਡਰਗਾਰਟਨ ਮੈਥਡ। ਇਹ ਤਾਂ ਤੁਹਾਨੂੰ ਰੱਟਿਆ ਪਿਆ ਹੋਣਾ ਸਾਰਿਆਂ ਨੂੰ, ਹਨਾ, ਫਰੋਬਲ। ਦੈਨ ਹੈਗਾ ਲਰਨਿੰਗ ਇਜ਼ ਅ ਫਾਰਮ ਆਫ ਬਿਹੇਵੀਅਰ। ਲਰਨਿੰਗ ਕਿਹਦੀ ਫਾਰਮ ਆ, ਕਿਹਦਾ ਰੂਪ ਆ, ਤਾਂ ਲਰਨਿੰਗ ਕੀ ਆ, ਲਰਨਿੰਗ ਇਜ਼ ਅ ਫਾਰਮ ਆਫ ਬਿਹੇਵੀਅਰਲ ਮੋਡੀਫਿਕੇਸ਼ਨ। ਗੇਟਸ ਦੀ ਜੋ ਡੈਫੀਨੇਸ਼ਨ ਆ ਉਹਦੇ ਨਾਲ ਰਿਲੇਟਡ ਹੀ ਆ ਇਹ। ਗੇਟਸ ਨੇ ਕੀ ਕਿਹਾ ਸੀਗਾ, ਲਰਨਿੰਗ ਇਜ਼ ਦਾ ਮੋਡੀਫਿਕੇਸ਼ਨ ਆਫ ਬਿਹੇਵੀਅਰ, ਠੀਕ ਹੈ, ਮੋਡੀਫਿਕੇਸ਼ਨ ਆਫ ਬਿਹੇਵੀਅਰ ਥਰੂ ਐਕਸਪੀਰੀਐਂਸਿਸ। ਤਾਂ ਇੱਥੇ ਸਾਡੇ ਕੋਲ ਜੋ ਸਟੇਟਮੈਂਟ ਆਊਗੀ ਉਹ ਆਨਸਰ ਕੀ ਆਊਗਾ, ਮੋਡੀਫਿਕੇਸ਼ਨ। ਨੈਕਸਟ ਕੁਐਸਚਨ ਆਪਣੇ ਕੋਲ, 5-year-old Moon can think as the age of 8। 5 ਸਾਲ ਦਾ ਮੋਨ, ਠੀਕ ਹੈ, ਬਟ 8 ਸਾਲ ਦੇ ਬੱਚੇ ਜਿੰਨਾ ਸੋਚ ਸਕਦਾ। ਤਾਂ ਉਹਦੀ ਜਿਹੜੀ 8 ਸਾਲ ਦੀ ਉਮਰ ਹੈਗੀ ਆ, ਉਹਨੂੰ ਅਸੀਂ ਕੀ ਕਹਿ ਕੇ ਡਿਫਾਈਨ ਕਰਦੇ ਆ, ਹਨਾ। ਤਾਂ ਅਸੀਂ ਕੀਤਾ ਸੀਗਾ ਕਿ 2 ਤਰ੍ਹਾਂ ਦੀ ਏਜ ਹੁੰਦੀ ਆ, ਕ੍ਰੋਨਿਕਲ ਏਜ ਹੁੰਦੀ ਆ, ਮੈਂਟਲ ਏਜ ਹੁੰਦੀ ਆ, ਹਨਾ। ਤਾਂ ਜਿਹੜੀ ਕ੍ਰੋਨਿਕਲ ਏਜ ਹੁੰਦੀ ਆ ਉਹ ਕਿਹੜੀ ਹੁੰਦੀ ਆ, ਜਿਹੜੀ ਐਕਚੁਅਲ ਬੱਚੇ ਦੀ ਉਮਰ, ਆਪਾਂ ਕਿਹਾ 5 ਸਾਲ ਦਾ ਬੱਚਾ, 5 ਸਾਲ ਦਾ ਮੋਨ ਜਿਹੜਾ ਹੈ ਉਹਦੀ ਕ੍ਰੋਨਿਕਲ ਏਜ ਆ। ਤੇ ਮੈਂਟਲ ਏਜ ਕੀ ਹੁੰਦੀ ਆ, ਜਿਹੜੀ ਜਿੱਥੋਂ ਤੱਕ ਉਹ ਲੈਵਲ ਤੱਕ ਉਹ ਸੋਚ ਸਕਦਾ। ਜੇ ਤਾਂ ਆਪਦੇ ਤੋਂ ਵੱਡੀ ਉਮਰ ਦੇ ਬਰਾਬਰ ਦੇ ਬੱਚਿਆਂ ਦਾ ਸੋਚ ਰਿਹਾ, ਤਾਂ ਇਹਦਾ ਮਤਲਬ ਉਹਦਾ IQ ਜ਼ਿਆਦਾ ਹੋਊਗਾ ਸਧਾਰਨ ਉਮਰ ਤੋਂ। ਜੋ 5 ਸਾਲ ਦਾ ਤੇ 5 ਸਾਲ ਦੇ ਬੱਚੇ ਜਿੰਨਾ ਹੀ ਸੋਚ ਰਿਹਾ, ਫਿਰ
ਉਹਦਾ ਐਵਰੇਜ IQ ਹੋਊਗਾ। ਜੇ ਉਹ 5 ਸਾਲ ਦਾ ਤੇ 3 ਸਾਲ ਦੇ ਬੱਚੇ ਜਿੰਨਾ ਥਿੰਕ ਕਰ ਸਕਦਾ ਫਿਰ ਉਹ ਬਿਲੋ ਐਵਰੇਜ ਹੋਊਗਾ, ਉਹਦਾ IQ ਘੱਟ ਹੋਊਗਾ। ਠੀਕ ਹੈ ਜੀ। ਤਾਂ ਜਿਹੜੀ ਇੱਥੇ 8 ਏਜ ਪੁੱਛੀ ਆ ਕਿ ਬੱਚਾ 8 ਸਾਲ ਦੇ ਬੱਚੇ ਜਿੰਨਾ ਸੋਚ ਸਕਦਾ ਤੇ ਆਪਣੇ ਕੋਲ ਉਹਦੀ ਕੀ ਹੈਗੀ ਆ ਮੈਂਟਲ ਏਜ। ਜੇ ਪੁੱਛਦੇ 5 ਸਾਲ ਕੀ ਆ ਤਾਂ 5 ਸਾਲ ਉਹਦੀ ਹੋਣੀ ਸੀ ਕ੍ਰੋਨਿਕਲ ਏਜ। then है अपने कोल who has propounded the theory of insight। insight theory of learning किहदे नाल संबंधित आ। insight दी गल गैस्टार्ट स्कूल ने कीती है ना, तुहानू पता है सारिਆਂ ਨੂੰ जिन्हां ने भी क्लासेस अटेंड कीतियां ने कि insight दी गल सिर्फ गैस्टार्ट स्कूल दे वल्लों कीती गई है कि किसी चीज नू करन तो पहला फोरसाइट करो, नो हिंडसाइट। ठीक है। तो फोर जो तुसी काम एक्टिविटी करन तो पहला सोचते हैं तो की हुंदी है इनसाइट ते दी गल किने कीती है गैस्टार्ट ने, ते इनसाइट थ्योरी ऑफ लर्निंग किने दित्ती हैगी आ ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋ। ਠੀਕ ਹੈ ਜੀ। ਤਾਂ ਕਿਹਨੇ ਦਿੱਤੀ ਹੈਗੀ ਆ ਆਪਣੇ ਕੋਲ ਥਿਊਰੀ ਆਫ ਇਨਸਾਈਟ। ਜਿਹੜੀ ਥੋਰਨਡਾਈਕ ਆ, ਥੋਰਨਡਾਈਕ ਦੀ ਥਿਊਰੀ ਕਿਹੜੀ ਹੈਗੀ ਆ ਟ੍ਰਾਇਲ ਐਂਡ ਐਰਰ ਥਿਊਰੀ। ਹਿਊਮਨਿਸਟਿਕ ਦੇ ਵਿੱਚ ਜਿਹੜੇ ਮੇਨ ਪਰਸਨ ਆਉਣਗੇ ਹੈਗਾ ਕਾਰਲ ਉੱਚ ਆ ਜਾਊਗਾ ਆਪਣੇ ਕੋਲ ਮੈਸਲੋ, ਕਾਰਲ ਰੋਜਰ। ਠੀਕ ਹੈ। ਜਿਹੜੇ ਸਕਿਨਰ ਹੈਗਾ ਇਹਨਾਂ ਨੇ ਥਿਊਰੀ ਕਿਹੜੀ ਦਿੱਤੀ ਹੈਗੀ ਆ ਅਪਰੇਂਟ ਕੰਡੀਸ਼ਨਿੰਗ ਥਿਊਰੀ, ਜਾਂ ਆਪਾਂ ਕਹਿ ਸਕਦੇ ਹਾਂ ਇੰਸਟਰੂਮੈਂਟ ਕੰਡੀਸ਼ਨਿੰਗ ਥਿਊਰੀ, ਜਾਂ ਆਪਾਂ ਕਹਿ ਸਕਦੇ ਹਾਂ ਆਰ ਟਾਈਪ ਥਿਊਰੀ ਜਾਂ ਰੀਇਨਫੋਰਸਮੈਂਟ ਥਿਊਰੀ। ਠੀਕ ਹੈ ਜੀ। ਤਾਂ ਗੈਸਟਾਰਟ ਸਕੂਲ ਦੇ ਵਿੱਚ ਕਿਹੜੇ ਪਰਸਨ ਨੇ ਇਨਸਾਈਟ ਥਿਊਰੀ ਆਫ ਲਰਨਿੰਗ ਦਿੱਤੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸੋ। ਦੈਨ ਹੈ ਆਪਣੇ ਕੋਲ ਨੈਕਸਟ ਕੁਐਸਚਨ, out of the factor given below language development is significantly affected by। ਜਿਹੜੀ ਸਾਡੇ ਕੋਲ ਲੈਂਗੁਏਜ ਹੈ, ਭਾਸ਼ਾ ਹੈ, ਉਹ ਸਭ ਤੋਂ ਜ਼ਿਆਦਾ ਕਿਹਦੇ ਰਾਹੀਂ ਪ੍ਰਭਾਵਿਤ ਹੁੰਦੀ ਆ। ਭਾਸ਼ਾ ਵੈਸੇ ਜਿੰਨੇ ਇੱਥੇ ਦਿੱਤੇ ਹੋਏ ਆ ਸਭ ਦੇ ਰਾਹੀਂ ਪ੍ਰਭਾਵਿਤ ਹੁੰਦੀ ਆ। ਮੀਡੀਆ ਵੀ ਤੁਹਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦਾ, ਬੁੱਕਸ ਵੀ ਕਰਦੀਆਂ, ਸਕੂਲ ਵੀ ਕਰਦਾ, ਬਟ ਭਾਸ਼ਾ ਸਭ ਤੋਂ ਵੱਧ ਆਪਸ਼ਨ ਦਿੱਤਾ ਹੋਇਆ ਤੁਹਾਡੇ ਕੋਲ ਸਭ ਤੋਂ ਵੱਧ ਕਿੱਥੋਂ ਪ੍ਰਭਾਵਿਤ ਹੁੰਦੀ ਆ, ਤੇ ਸਭ ਤੋਂ ਵੱਧ ਹੁੰਦੀ ਆ ਅਡਲਟ ਇੰਟਰੈਕਸ਼ਨ ਆ। ਇਨਫੈਕਟ ਇੱਕ ਬੱਚਾ ਕਿਸੇ ਦੇ ਵੀ ਅਕੋਰਡਿੰਗ ਅਸੀਂ ਦੇਖੀਏ, ਜੇ ਵਾਈਗੋਸਕੀ ਦੇ ਅਕੋਰਡਿੰਗ ਸਿੱਖੀਏ ਤਾਂ ਉਹ ਫਿਰ ਤਾਂ ਕੋਈ ਸ਼ੱਕ ਹੀ ਨਹੀਂ ਬਚਦਾ, ਉਹਦੇ ਅਕੋਰਡਿੰਗ ਤਾਂ ਬੱਚਾ ਸਿੱਖਦਾ ਹੀ ਅਡਲਟ ਇੰਟਰੈਕਸ਼ਨ ਦੇ ਰਾਹੀਂ ਆ, ਹਨਾ। ਜੇ ਅਸੀਂ ਚਮਸਕੀ ਦੀ ਵੀ ਗੱਲ ਕਰਦੇ ਹਾਂ, ਉਹਨੇ ਵੀ ਬੇਸ਼ੱਕ ਇਹ ਕਿਹਾ ਕਿ ਬੱਚਾ ਜਿਹੜਾ ਹੈ ਉਹਦੀ ਚ LED ਆ, ਭਾਸ਼ਾ ਸਿੱਖਣ ਦੀ ਯੋਗਤਾ ਜਨਮ ਜਾਤ ਉਹ ਸਿੱਖੂਗਾ ਆਪਣੇ ਆਪ, ਬਟ ਫਿਰ ਵੀ ਸਿੱਖੋ ਕਿੱਥੋਂ ਰਿਹਾ, ਇਨਵਾਇਰਮੈਂਟ ਚੋਂ ਸਿੱਖ ਰਿਹਾ। ਤਾਂ ਜੋ ਜਿਵੇਂ ਦੇ ਵੱਡੇ ਉਹਦੇ ਨਾਲ ਗੱਲ ਕਰ ਰਹੇ ਨੇ ਉਸੇ ਤਰੀਕੇ ਨਾਲ ਸਿੱਖਦਾ। ਖਾਸ ਕਰਕੇ ਜਿੰਨੇ ਵੀ ਇਨਵਾਇਰਮੈਂਟਲਿਸਟ ਹੋਏ ਨੇ, ਹਨਾ, ਜਿਹੜੇ ਵੀ ਬਿਹੇਵੀਅਰਿਸਟਿਕ ਵਾਦੀ ਹੋਏ ਨੇ, ਉਹਨਾਂ ਸਾਰਿਆਂ ਦੇ ਅਕੋਰਡਿੰਗ ਜਿਹੜਾ ਬੱਚਾ ਹੈਗਾ ਉਹ ਅਡਲਟ ਇੰਟਰੈਕਸ਼ਨ ਦੇ ਰਾਹੀਂ ਸਿੱਖਦਾ, ਤੇ ਨੋਰਮਲੀ ਵੀ ਬੱਚਾ ਸਭ ਤੋਂ ਜ਼ਿਆਦਾ ਭਾਸ਼ਾ ਅਡਲਟ ਇੰਟਰੈਕਸ਼ਨ ਦੇ ਰਾਹੀਂ ਹੀ ਸਿੱਖੂਗਾ। 13 if a child is playing alone, ਤਾਂ ਇੱਕ ਬੱਚਾ ਜਦੋਂ ਬਿਲਕੁਲ ਇਕੱਲਾ ਖੇਡ ਰਿਹਾ ਤਾਂ ਕਿਹੜੀ ਖੇਡ ਖੇਡ ਰਿਹਾ ਹੁੰਦਾ, ਸੋਲਿਟਰੀ। ਸੋਲਿਟਰੀ ਦਾ ਮਤਲਬ ਹੀ ਕੀ ਹੁੰਦਾ, ਜਦੋਂ ਕੋਈ ਬੱਚਾ ਬਿਲਕੁਲ ਅਲੋਨ ਖੇਡ ਰਿਹਾ ਤਾਂ ਉਹ ਕੀ ਹੁੰਦੀ ਆ ਸੋਲਿਟਰੀ ਪਲੇ। ਐਸੋਸੀਏਟਿਵ ਪਲੇ ਹੁੰਦਾ ਜਦੋਂ ਕਿਸੇ ਦੇ ਨਾਲ ਖੇਡਦਾ, ਚੀਜ਼ਾਂ ਸ਼ੇਅਰ ਕਰਕੇ ਖੇਡਦਾ, ਇੱਕ ਦੂਜੇ ਨਾਲ ਕਮਿਊਨੀਕੇਟ ਕਰਦਾ ਬਟ ਰੂਲਸ ਨਹੀਂ ਫੋਲੋ ਕਰਦਾ। ਪੈਰਲਰ ਹੁੰਦਾ ਜਦੋਂ ਕੋਈ ਦੋ ਬੱਚੇ ਖੇਡ ਰਹੇ ਆ ਬਟ ਇੱਕ ਦੂਜੇ ਨਾਲ ਬਿਲਕੁਲ ਕਮਿਊਨੀਕੇਟ ਨਹੀਂ ਕਰ ਰਹੇ, ਜਗ੍ਹਾ ਸੇਮ ਆ, ਸਭ ਕੁਝ ਸੇਮ ਆ। ਔਨ ਲੁਕਰ ਪਲੇ ਹੁੰਦੀ ਆ ਜਦੋਂ ਬੱਚਾ ਕਿਸੇ ਹੋਰ ਪਰਸਨ ਨੂੰ ਦੇਖ ਕੇ ਇੰਜੋਏ ਕਰ ਰਿਹਾ ਹੁੰਦਾ, ਦੇਖ ਕੇ ਸਿੱਖ ਰਿਹਾ ਹੁੰਦਾ ਬਟ ਆਪ ਖੇਡ ਨਹੀਂ ਰਿਹਾ ਹੁੰਦਾ। ਠੀਕ ਹੈ। 14 ਆਪਣੇ ਕੋਲ ਦਾ ਪ੍ਰੋਸੈਸ ਆਫ ਵੀਕਨਿੰਗ ਆ ਪੈਥੋਜਨ। ਪਹਿਲਾਂ ਤਾਂ ਪੈਥੋਜਨ ਕੀ ਹੁੰਦਾ, ਕਿਸੇ ਵੀ ਵਾਇਰਸ ਦਾ ਉਹ ਪਾਰਟ ਜਿਹਦੇ ਤੋਂ ਅਸੀਂ ਕੋਈ ਵੈਕਸੀਨ ਕ੍ਰੀਏਟ ਕਰਦੇ ਹਾਂ। ਤਾਂ ਪੈਥੋਜਨ ਨੂੰ ਕਮਜ਼ੋਰ, ਅਸੀਂ ਜਦੋਂ ਵੈਕਸੀਨੇਸ਼ਨ ਦਾ ਟੌਪਿਕ ਕੀਤਾ ਸੀ ਆਪਾਂ 3 ਤਰੀਕੇ ਦੀਆਂ ਵੈਕਸੀਨੇਸ਼ਨ ਦੀ ਗੱਲ ਕੀਤੀ ਸੀਗੀ। ਆਪਾਂ ਕਿਹਾ ਸੀ ਇੱਕ ਹੁੰਦੀ ਆ ਲਾਈਵ ਐਟੀਨੇਟਡ, ਠੀਕ ਹੈ, ਇੱਕ ਹੁੰਦੀ ਆ ਕਿਲਡ ਵੈਕਸੀਨ, ਤੇ ਇੱਕ ਹੁੰਦੀ ਆ ਆਪਣੇ ਕੋਲੇ ਕੰਬਾਈਨਡ ਵੈਕਸੀਨ, ਹਨਾ। ਜਿਹੜੀ ਆਪਣੇ ਕੋਲੇ ਲਾਈਵ ਐਟੀਨਿਊਟਡ ਵੈਕਸੀਨ ਹੁੰਦੀ ਆ ਉਹ ਜੋ ਪੈਥੋਜਨ ਜਿਹਦੀ ਵੀ ਆਪਾਂ ਮੈਡੀਸਿਨ ਬਣਾਉਣੀ ਆ, ਜਿਹੜੇ ਵੀ ਵਾਇਰਸ ਦੇ ਨਾਲ ਲੜਨ ਦੇ ਲਈ, ਇਮਿਊਨਿਟੀ ਸਟਰੋਂਗ ਕਰਨ ਦੇ ਲਈ ਆਪਾਂ ਮੈਡੀਸਿਨ ਬਣਾਉਣੀ ਆ, ਹਨਾ, ਵੈਕਸੀਨ ਬਣਾਉਣੀ ਆ, ਉਸੇ ਵਾਇਰਸ ਨੂੰ ਬਹੁਤ ਕਮਜ਼ੋਰ ਕੀਤਾ ਜਾਂਦਾ, ਉਹਦੇ ਪੈਥੋਜਨ ਨੂੰ ਬਹੁਤ ਜ਼ਿਆਦਾ ਕਮਜ਼ੋਰ ਕਰਕੇ ਉਹ ਤੋਂ ਵੈਕਸੀਨ ਬਣਾਈ ਜਾਂਦੀ ਹੈ, ਜਿਹਨੂੰ ਆਖਦੇ ਹੈਗੇ ਲਾਈਵ ਐਟੀਨੇਟਡ ਵੈਕਸੀਨ। ਠੀਕ ਹੈ। ਕਿਲਡ ਦੇ ਵਿੱਚ ਕੀ ਉਸ ਪੈਥੋਜਨ ਨੂੰ ਕਿਲ ਕੀਤਾ ਜਾਂਦਾ, ਬਿਲਕੁਲ ਮਾਰ ਦਿੱਤਾ ਜਾਂਦਾ, ਫਿਰ ਬੋਡੀ ਦੇ ਵਿੱਚ ਇਨਸਰਟ ਕਰਨ ਯੋਗ ਜਿਹੜੀ ਉਹ ਤੋਂ ਵੈਕਸੀਨ ਉਹ ਬਣਾਈ ਜਾਂਦੀ ਹੈ। ਤਾਂ ਆਪਣੇ ਤੇ ਇੱਥੇ ਇਹੀ ਪੁੱਛਿਆ ਗਿਆ ਕਿ ਵੀਕਨ, ਤਾਂ ਵੀਕਨ ਆਪਣੇ ਕੋਲ ਕੀ ਹੁੰਦੀ ਆ, ਵੀਕਨ ਕਰਨ ਦੀ ਜਿਹੜੀ ਪ੍ਰੋਸੈਸ ਹੁੰਦੀ ਆ ਕਿਸੇ ਵੀ ਪੈਥੋਜਨ ਨੂੰ ਹੁੰਦੀ ਆ ਐਟੀਨੇਟਡ। ਇਸੇ ਕਰਕੇ ਜਿਹੜੀ ਸਾਡੀ ਵੈਕਸੀਨ ਹੁੰਦੀ ਆ ਲਾਈਵ ਐਟੀਨੇਟਡ ਵੈਕਸੀਨ, ਉਹਨੂੰ ਅਸੀਂ ਲਾਈਵ ਐਟੀਨੇਟਡ ਆਖਦੇ ਹਾਂ ਕਿਉਂਕਿ ਉਹ ਵੀਕਨ ਕੀਤਾ ਗਿਆ ਹੁੰਦਾ ਉਹਦੇ ਚ ਪੈਥੋਜਨ। then 15 question ਆਪਣੇ ਕੋਲ which of following is a combined vaccine। combined vaccine ਆਪਣੇ ਕੋਲ ਕਿਹੜੀ ਆ, ਹੈਪੇਟਾਈਟਸ ਬੀ ਵੀ combined ਨਹੀਂ ਆ, HIV ਵੀ, ਹੀਮੋਫੀਲੀਆ, ਇਨਫਲੂਐਂਜ਼ਾ ਵੀ ਨਹੀਂ, ਰੋਟਾ ਵਾਇਰਸ ਵੀ ਨਹੀਂ, ਤਾਂ DPT 3 ਬਿਮਾਰੀਆਂ ਦੇ ਲਈ ਇਕੱਠੀ ਵੈਕਸੀਨ ਲਾਈ ਜਾਂਦੀ ਹੈ, ਡਿਪਥੀਰੀਆ, ਪਰਟਿਊਸਿਸ ਐਂਡ
ਟੈਟਨਸ, ਠੀਕ ਹੈ ਜੀ। ਤਾਂ ਇਹਨਾਂ ਤਿੰਨਾਂ ਬਿਮਾਰੀਆਂ ਦੇ ਲਈ ਇਕੱਠੀ ਵੈਕਸੀਨ ਆ, ਇਸ ਕਰਕੇ ਇਹਨੂੰ ਅਸੀਂ ਕੰਬਾਈਨਡ ਵੈਕਸੀਨ ਦੇ ਤੌਰ ਤੇ ਦੇਖਦੇ ਹਾਂ। 16 ਆਪਣੇ ਕੋਲ ਮਿਲਕ, ਚੀਜ਼ ਐਂਡ ਐਗਸ ਆਰ ਦਾ ਸੋਰਸ ਆਫ, ਕਿਹਦਾ ਸੋਰਸ ਨੇ ਆਪਣੇ ਕੋਲ ਜਿਹੜੇ ਮਿਲਕ ਪ੍ਰੋਡਕਟ ਨੇ ਤੇ ਡੇਅਰੀ ਪ੍ਰੋਡਕਟ ਨੇ। ਆਪਣੇ ਕੋਲ ਨਾ ਇੱਥੇ ਬੜਾ ਹੀ ਸੌਖਾ ਸੀਗਾ ਇਹਨੂੰ ਹੱਲ ਕਰਨਾ, ਕਿਉਂਕਿ ਤੁਸੀਂ ਦੇਖਿਆ ਹੋਣਾ ਵਿਟਾਮਿਨ ਸੀ। ਵਿਟਾਮਿਨ ਸੀ ਸਾਨੂੰ ਕਿਹਦੇ ਤੋਂ ਮਿਲਦਾ ਹੈਗਾ? ਖੱਟੇ ਫਲਾਂ ਤੋਂ, ਖੱਟੀ ਸਿਟਰਸ ਫਰੂਟਸ ਤੋਂ, ਹਨਾ, ਜਾਂ ਸਿਟਰਸ ਜੋ ਜਿਹੜੀਆਂ ਵੀ ਖੱਟੇ ਫਲ ਨੇ ਉਹਨਾਂ ਤੋਂ ਰਿਸੀਵ ਹੋਊਗਾ। ਜਿੰਨੇ ਵੀ ਆਪਣੇ ਕੋਲ ਆਪਸ਼ਨਸ ਨੇ, ਇੱਕ ਆਪਸ਼ਨ ਨੂੰ ਛੱਡ ਕੇ ਉਹਨਾਂ ਸਾਰਿਆਂ ਦੇ ਵਿੱਚ ਸੀ ਯੂਜ਼ ਕੀਤਾ ਗਿਆ। ਇਹਦਾ ਮਤਲਬ ਜਿਹੜਾ ਵਿਟਾਮਿਨ ਸੀ ਆ ਉਹ ਉਹਦੇ ਚੋਂ ਮਿਲਕ, ਚੀਜ਼ ਤੇ ਐਗ ਦੇ ਨਾਲ ਉਹਦਾ ਕੋਈ ਜ਼ਿਆਦਾ ਲਿੰਕ ਨਹੀਂ ਹੈਗਾ, ਹਨਾ। ਤਾਂ ਆਪਣੇ ਕੋਲ ਇੱਕ ਇੱਥੇ ਆਪਸ਼ਨ ਸੀਗੀ ਬੀ, ਏ ਤੇ ਡੀ। ਜਿਹੜੀ ਵਿਟਾਮਿਨ ਏ ਤੇ ਡੀ ਹੈਗਾ ਉਹਦੇ ਚ ਮਿਲਕ, ਚੀਜ਼ ਤੇ ਐਗ ਜਿਹੜਾ ਹੈਗਾ ਸਰੋਤ ਨੇ ਵਿਟਾਮਿਨ ਏ ਤੇ ਡੀ ਦੇ। ਸੀ ਦੇ ਵਿੱਚ ਸਿਟਰਸ ਫਰੂਟ ਮੇਨ ਹੁੰਦੇ ਆ, ਇਸ ਕਰਕੇ ਜਿਹੜਾ ਹੈ ਇੱਥੇ ਬੜਾ ਈਜ਼ੀ ਸੀ ਇਸ ਕੁਐਸਚਨ ਨੂੰ ਸੋਲਵ ਕਰਨਾ। 17 ਆਪਣੇ ਕੋਲ ਹੈ ਵਿਚ ਆਫ ਫੋਲੋਇੰਗ ਹੈਜ਼ ਦਾ ਹਾਈਐਸਟ ਕੈਲੋਰਿਕ ਵੈਲਿਊ। ਦੇਖੋ ਸਭ ਤੋਂ ਜ਼ਿਆਦਾ ਜਿਹੜੀ ਹਾਈਐਸਟ ਕੈਲੋਰੀਜ਼ ਹੁੰਦੀਆਂ ਨੇ ਨਾ, ਹੁੰਦੀਆਂ ਫੈਟ ਦੇ ਵਿੱਚ, ਚਰਬੀ ਦੇ ਵਿੱਚ। ਕਾਰਬੋਹਾਈਡਰੇਟ, ਪ੍ਰੋਟੀਨ ਦੇ ਵਿੱਚ ਜੇ ਤੁਸੀਂ 1 ਗ੍ਰਾਮ ਲੈਣੇ ਹੈਗੇ ਹੋ ਕਾਰਬੋਹਾਈਡਰੇਟ ਜਾਂ ਪ੍ਰੋਟੀਨ, ਤਾਂ ਤੁਹਾਨੂੰ ਜਿਹੜੀਆਂ ਹੈਗੀਆਂ 4 ਕੈਲੋਰੀਜ਼ ਰਿਸੀਵ ਹੁੰਦੀਆਂ, 4। ਠੀਕ ਹੈ। ਜਦੋਂ ਕਿ ਜੇ ਤੁਸੀਂ 1 ਗ੍ਰਾਮ ਫੈਟ ਲੈਣੇ ਹੋ, ਠੀਕ ਹੈ, 1 ਗ੍ਰਾਮ ਫੈਟ ਲੈਣੇ ਹੋ ਤਾਂ 1 ਗ੍ਰਾਮ ਫੈਟ ਦੇ ਵਿੱਚ ਹੁੰਦੀਆਂ ਨੇ 9 ਕੈਲੋਰੀਜ਼। ਤਾਂ ਇਸ ਕਰਕੇ ਜਿਹੜਾ ਤੁਹਾਡੇ ਕੋਲ ਆਨਸਰ ਸੀਗਾ ਉਹ ਕੀ ਬਣਦਾ ਸੀਗਾ? ਫੈਟ। ਤਾਂ ਹਾਈਐਸਟ ਕੈਲੋਰਿਕ ਵੈਲਿਊ ਪੁੱਛਿਆ ਸੀ ਕਿ ਸਭ ਤੋਂ ਜ਼ਿਆਦਾ ਕੈਲੋਰੀਜ਼ ਕਿਹਦੇ ਚ ਹੁੰਦੀਆਂ ਨੇ, ਕੈਲੋਰਿਕ ਮੁੱਲ ਸਭ ਤੋਂ ਜ਼ਿਆਦਾ ਕਿਹਦਾ। ਇਹ ਕਾਫੀ ਬੱਚਿਆਂ ਨੂੰ ਡਾਊਟ ਸੀਗੇ ਇਸ ਕੁਐਸਚਨ ਦੇ ਵਿੱਚ। ਜੋ ਤੁਹਾਡਾ ਟੈਸਟ ਹੋਇਆ, ਮੌਕ ਟੈਸਟ ਹੋਇਆ ਤੁਹਾਡਾ ਐਪ ਦੇ ਉੱਪਰ, ਤਾਂ ਉਹ ਕਾਫੀ ਬੱਚਿਆਂ ਨੂੰ ਇਸ ਕੁਐਸਚਨ ਦੇ ਵਿੱਚ ਸੀ ਡਾਊਟ ਹੈ ਨਾ। ਤਾਂ ਕਲੀਅਰ ਕਰ ਲਓ ਕਿ ਫੈਟ ਦੇ ਵਿੱਚ 9 ਹੁੰਦੀਆਂ ਨੇ, ਇਸ ਕਰਕੇ ਆਪਣੇ ਕੋਲ ਆਨਸਰ ਹੈ ਇੱਥੇ ਫੈਟ। 18 under the Child Labor Prohibition and Regulation Act 1986, a child is one who has not completed। ਬਾਲ ਮਜ਼ਦੂਰੀ ਐਕਟ 1986 ਦੇ ਅੰਡਰ ਕਿੰਨੀ ਸਾਲ ਦੀ ਉਮਰ ਦਾ ਬੱਚਾ ਮੰਨਿਆ ਜਾਂਦਾ ਹੈ? ਵੀ ਤੁਹਾਨੂੰ ਸਭ ਨੂੰ ਪਤਾ ਹੋਣਾ, 14 ਸਾਲ ਤੱਕ ਦੇ ਬੱਚੇ ਨੂੰ ਜਿਹੜਾ ਹੈਗਾ ਚਾਈਲਡ ਲੇਬਰ ਐਕਟ ਦੇ ਅੰਡਰ ਰੱਖਿਆ ਜਾਂਦਾ, ਠੀਕ ਹੈ ਜੀ। ਤਾਂ ਬੱਚਾ ਕੰਸੀਡਰ ਕੀਤਾ ਜਾਂਦਾ, ਉਹਦੇ ਅੰਡਰ ਕਾਫੀ ਸਾਰੇ ਰੂਲਸ ਨੇ ਜਿਹੜੇ ਕਿ ਤੁਸੀਂ ਮੇਰੇ ਨਾਲ ਕਰ ਚੁੱਕੇ ਹੋ ਕਲਾਸ ਦੇ ਵਿੱਚ, ਠੀਕ ਹੈ। ਦੈਨ ਹੈ ਆਪਣੇ ਕੋਲ 19th, in India, prenatal sex determination of an unborn child is legally। ਭਾਰਤ ਦੇ ਵਿੱਚ ਪੂਰਨ ਜਨਮ ਅਵਸਥਾ ਵਿੱਚ ਬੱਚੇ ਦਾ ਲਿੰਗ ਪਤਾ ਕਰਨਾ ਜ਼ਰੂਰੀ ਆ, ਹਨਾ, ਕਾਨੂੰਨੀ ਆ। ਕਹਿੰਦੇ in India prenatal sex determination of a unborn, ਹਜੇ ਬੱਚਾ ਜੰਮਿਆ ਨਹੀਂ, ਲਿਖਿਆ ਹੁੰਦਾ ਨਾ, ਤੁਸੀਂ ਹਸਪੀਟਲ ਦੇ ਵਿੱਚ ਜਾਂਦੇ ਹੋ ਤੇ ਉੱਥੇ ਲਿਖਿਆ ਹੁੰਦਾ ਪ੍ਰੋਹਿਬਿਸ਼ਨ ਆ ਕਿਹਦੇ ਉੱਪਰ? ਸੈਕਸ ਡਿਟਰਮੀਨੇਸ਼ਨ ਦੇ ਉੱਪਰ, ਇੱਕ ਬੱਚੇ ਦਾ ਲਿੰਗ ਜਾਣਨ ਦੇ ਉੱਪਰ, ਹਨਾ। ਤਾਂ ਕਹਿੰਦੇ ਕੀ ਸਥਿਤੀ ਆਪਾਂ ਇੱਥੇ ਇਹ ਦੱਸਣਾ, ਹਨਾ, ਲੀਗਲੀ ਆ ਜਾਂ ਨਹੀਂ ਲੀਗਲੀ, ਜਾਂ ਕੀ ਸਿਚੁਏਸ਼ਨ ਆ। ਕਿ ਕਹਿੰਦੇ ਅਲਾਉਡ ਵੈਨ ਦਾ ਵੂਮਨ ਆਲਰੇਡੀ ਹੈਜ਼ 2 ਗਰਲਸ। ਕਹਿੰਦੇ ਤੁਸੀਂ ਬੱਚੇ ਦਾ ਸੈਕਸ ਪਤਾ ਕਰ ਸਕਦੇ ਹੋ ਕਿ ਉਹ ਕੁੜੀ ਆ ਜਾਂ ਮੁੰਡਾ, ਕਦੋਂ? ਜਦੋਂ ਤੁਸੀਂ ਇੱਕ ਔਰਤ ਦੇ ਕੋਲ ਪਹਿਲਾਂ ਹੀ 2 ਕੁੜੀਆਂ। ਦੂਜੀ ਆਪਸ਼ਨ ਆਪਣੇ ਕੋਲ ਅਲਾਉਡ ਵੈਨ ਦਾ ਵੂਮਨ ਇਜ਼ ਐਕਸਪੈਕਟਡ ਟਵਿਨ ਚਾਈਲਡ। ਜੇ ਕਿਸੇ ਔਰਤ ਐਕਸਪੈਕਟਿੰਗ ਆ ਕਿ ਉਹਦੇ 2 ਬੱਚੇ ਹੋਣਗੇ, ਟਵਿਨ ਹੋਣਗੇ, ਜੁੜਵਾ ਹੋਣਗੇ, ਤਾਂ ਕਹਿੰਦੇ ਉਦੋਂ ਤੁਸੀਂ ਪਤਾ ਕਰ ਸਕਦੇ ਹੋ ਨਾ। ਦੈਨ ਅਲਾਉਡ ਵੈਨ ਫੋਟਲ ਅਬਨੋਰਮੈਲਿਟੀਜ਼ ਐਂਡ ਜੈਨੇਟਿਕ ਡਿਫੈਕਟਸ ਆਰ ਸਸਪੈਕਟਸ। ਦੇਖੋ ਤੁਸੀਂ ਸਕੈਨ ਦੇ ਵਿੱਚ ਇਹ ਜ਼ਰੂਰ ਅਲਾਉ ਹੁੰਦਾ ਕਿ ਬੱਚੇ ਦੇ ਵਿੱਚ ਕੋਈ ਡਿਫੈਕਟ ਤਾਂ ਨਹੀਂ, ਹਨਾ, ਇਹ ਜਾਣਨਾ, ਪਰ ਇਹਦੇ ਚ ਵੀ ਤੁਸੀਂ ਬੱਚੇ ਦਾ ਜੋ ਸੈਕਸ ਹੈ ਉਹ ਨਹੀਂ ਜਾਣ ਸਕਦੇ ਕਿ ਬੱਚਾ ਮੇਲ ਆ ਜਾਂ ਫੀਮੇਲ ਆ, ਇਹ ਤੁਸੀਂ ਨਹੀਂ ਪਤਾ ਕਰ ਸਕਦੇ। ਇੱਥੇ ਅਲਟੀਮੇਟਲੀ ਇਹ ਆ ਕਿ ਜਿਹੜੀ ਸੈਕਸ ਡਿਟਰਮੀਨੇਸ਼ਨ ਆ, ਇੱਕ ਬੱਚੇ ਦਾ ਲਿੰਗ ਪਤਾ ਕਰਨਾ ਕਿ ਉਹ ਮੁੰਡਾ ਜਾਂ ਕੁੜੀ ਆ, ਇਹ ਭਾਰਤ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਅਲਾਉ ਨਹੀਂ ਆ, ਠੀਕ ਹੈ ਜੀ। ਤਾਂ ਇਹਨੂੰ ਕਲੀਅਰ ਕਰ ਲਓ, ਇਹ ਕਾਫੀ ਇੰਪੋਰਟੈਂਟ ਕੁਐਸਚਨ ਹੋ ਸਕਦਾ ਤੁਹਾਡੇ ਲਈ। ਦੈਨ ਹੈ ਆਪਣੇ ਕੋਲ 20, untouchability is abolished under dash article of Indian Constitution। ਤਾਂ ਇੰਡੀਅਨ ਕਨਸਟੀਟਿਊਸ਼ਨ ਦੇ ਕਿਸ ਆਰਟੀਕਲ ਦੇ ਅਧੀਨ ਛੂਤਛਾਤ ਦਾ ਖਾਤਮਾ ਸ਼ਾਮਿਲ ਕੀਤਾ ਗਿਆ? ਅਨਟੱਚੇਬਿਲਟੀ ਕਿਹਦੇ ਅੰਡਰ ਅਬੋਲਿਸ਼ ਕੀਤੀ ਗਈ ਆ? ਦੇਖੋ ਆਰਟੀਕਲ 17। ਇੱਥੇ ਇੱਕ ਹੀ ਅਸਲ ਦੇ ਵਿੱਚ ਜਿਹੜਾ ਅਨਟੱਚੇਬਿਲਟੀ ਵਾਲਾ ਹੈਗਾ ਇਕੁਅਲਿਟੀ ਦੇ ਨਾਲ ਰਿਲੇਟਡ ਆ, ਹਨਾ। ਤੇ ਇਕੁਅਲਿਟੀ ਸਾਡੇ ਆਰਟੀਕਲ 14 ਦੇ ਵਿੱਚ ਆ, 16 ਦੇ ਵਿੱਚ ਆ, 17 ਦੇ ਵਿੱਚ ਆ, ਠੀਕ ਹੈ, 18 ਦੇ ਵਿੱਚ ਆ। ਇਹਨਾਂ ਦੇ ਵਿੱਚ ਖਾਸ ਤੌਰ ਤੇ ਗੱਲ ਕੀਤੀ ਗਈ ਹੈਗੀ ਆ ਇਹਨਾਂ ਨੂੰ ਇਕੁਅਲਿਟੀ ਦੇ ਲਈ, ਠੀਕ ਹੈ, ਇਕੁਅਲਿਟੀ ਦੇ ਲਈ ਖਾਸ ਤੌਰ ਤੇ ਗੱਲ ਕੀਤੀ ਗਈ ਇਹਨਾਂ ਆਰਟੀਕਲਸ ਦੇ ਵਿੱਚ, ਹਨਾ। ਤਾਂ ਜਿਹੜਾ 14 ਆਫ ਇਕੁਅਲਿਟੀ ਬਿਫੋਰ ਲਾਅ ਦੀ ਗੱਲ ਕਰਦਾ ਕਿ ਸਾਰੇ ਪਰਸਨ ਨੇ ਜਿਹੜੇ ਕਾਨੂੰਨ ਦੇ ਸਾਹਮਣੇ ਬਰਾਬਰ ਨੇ।
ਤਾਂ ਆਰਟੀਕਲ 17 ਦੇ ਵਿੱਚ ਜਿਹੜਾ ਛੂਤ-ਛਾਤ ਦਾ ਖਤਮਾ ਕੀਤਾ ਗਿਆ, ਕਿਸੇ ਨਾਲ ਵੀ ਜਾਤ ਧਰਮ ਕਿਸੇ ਵੀ ਆਧਾਰ ਦੇ ਉੱਪਰ ਲਿੰਗ ਦੇ ਉੱਪਰ ਜਿਹੜਾ ਹੈ ਛੂਤ-ਛਾਤ ਨਹੀਂ ਕੀਤਾ ਜਾਊਗਾ। ਆਰਟੀਕਲ 300 ਇਹ ਆ ਜਿਹੜਾ ਇਹ ਪ੍ਰੋਪਰਟੀ ਰਾਈਟ ਦੇ ਨਾਲ ਰਿਲੇਟਡ ਆ। ਉਹ ਪ੍ਰੋਪਰਟੀ ਰਾਈਟ ਜਿਹੜਾ ਕਿ ਪਹਿਲਾਂ ਸਾਡੇ ਲੀਗਲ ਫੰਡਾਮੈਂਟਲ ਰਾਈਟਸ ਦੇ ਵਿੱਚ ਆਉਂਦਾ ਸੀਗਾ, ਬਾਅਦ ਦੇ ਵਿੱਚ ਇਹਨੂੰ ਕੱਟ ਦਿੱਤਾ ਗਿਆ ਤੇ ਹੁਣ ਇਹ ਸਾਡੇ ਲੀਗਲ ਰਾਈਟਸ ਦੇ ਵਿੱਚ ਸ਼ਾਮਲ ਹੈ। ਰਾਈਟ ਟੂ ਪ੍ਰੋਪਰਟੀ ਕਿਹੜੇ ਆਰਟੀਕਲ ਦੇ ਵਿੱਚ 300A ਦੇ ਵਿੱਚ, ਤੇ ਆਰਟੀਕਲ 21 ਰਾਈਟ ਟੂ ਲਾਈਫ ਦੇ ਨਾਲ ਰਿਲੇਟਡ ਆ। ਠੀਕ ਹੈ ਜੀ, ਤਾਂ ਇਹਨੂੰ ਧਿਆਨ ਦੇ ਵਿੱਚ ਰੱਖਿਓ। ਤਾਂ ਆਪਣੇ ਕੋਲ ਜੋ ਹੈ ਅਨਟੱਚੇਬਿਲਟੀ ਉਹ ਕਿਹਦੇ ਨਾਲ ਰਿਲੇਟਡ ਹੈਗੀ ਆ, ਬੋਇਲਿਸ਼ ਆ ਖਾਤਮਾ ਕੀਤਾ ਗਿਆ ਅਨਟੱਚੇਬਿਲਟੀ ਦਾ ਆਰਟੀਕਲ 17। ਠੀਕ ਹੈ ਜੀ, ਇਹ ਸੀਗੇ ਅੱਜ ਦੇ MCQ। ਨੈਕਸਟ ਕਲਾਸ ਦੇ ਵਿੱਚ ਨਵੀਂ ਸੀਰੀਜ਼ ਲੈ ਕੇ ਮਿਲਾਂਗੇ। ਥੈਂਕ ਯੂ ਸੋ ਮਚ।